तेरे कवन कवन गुण कह कह गावां, तू साहिब गुणी निधान। तुमरी महिमा बरन न सकूं, तू ठाकुर ऊंच भगवान। तुमरी महिमा बरन न सकूं, तू ठाकुर ऊंच भगवान। सतनाम वाहिगुरु जी। फरीदा बेनिवाजा कुत्तिया, एह ना भली रीत, कब ही चल न आया। पंजे वक्त मसीत, फरीदा बेनिवाजा कुत्तिया, एह ना भली री, कब ही चलना आया। पंजे वक्त मसीत, जुगो जुग अटल। चावर छत्र तख दे मालिक, हाजरा हजूर ज़ारा ज़हूर। शब्द गुरु। गुरु ग्रंथ साहिब सच्चे पातशाह महाराज जी दी पावन हाजूरी अंदर, अमृत वेले दे पावन दरबार दियां हाजरियां भर रहे सतसंगी जनों, वड्डियां भागां वाले हो। सतगुरां दी अपार किरपा सदका अमृत वेले दे दीवाना दे विच आप जियां ने रब्बी बाणी दा कीर्तन सरवण कीता है। समा है गुरमत विचारां दा। बाबा फरीद साहिब जी दी पावन रचना दे विचों अज 70 नंबर दा जो सलोक है, सलोक दे अंदर बाबा फरीद साहब जी रहमत करते ने कि बेनिवाजा कुत्तिया, एह ना भली रीत। आओ इस सलोक नूं विचारन लई मनोबिरतियां नूं इकागर करते हैं। बड़े प्यार दे नाल फतेह नाल सांझ पाओ। आखो जी वाहिगुरू जी का खालसा, वाहिगुरू जी की फतेह। बाबा फरीद साहब इस्लाम धर्म नूं मनण वाले सरां दे बड़े पक्के ने, ते बाबा फरीद साहब दे जीवन दे अंदर जो मर्यादा है, उन्होंने अपनी बाणी दे विच बार बार उसनूं जाहिर भी किया है। ते अज बाबा फरीद साहब ने सर्व साझा उपदेश, क्योंकि प्रथाए साखी महापुरख बोलदे सांझी सगल जहान है, ये केवल इस्लाम लई ही नहीं सर्व साझा उपदेश है। ते बाबा फरीद साहब आखते हैं कि फरीदा बेनिवाजा कुत्तिया, बेनिवाजा तू भाव रब दी नमाज ना करन वाला। ते इत्थे नमाज दे अर्थ लवांगे कि प्रभु की बंदगी ना करन वाले, रब नूं याद ना करन वाले ए इंसान। ते कुत्तिया शब्द वरतिया है बाबा फरीद साहब ने कि बेनिवाजा कुत्तिया, ए ना भली रीत। ये कोई भली गल नहीं है, ये कोई भली मर्यादा नहीं है कि कब ही चलना आया। पंजे वक्त मसीत, कि कदे भी तू पंजे वक्त खुदा दी नमाज करन लई, प्रभु नूं याद करन लई मसीती विच आके रब नूं याद नहीं कीता। हुण इस्लाम धर्म दे अंदर 5 नमाजां ने। गुरुदेव ने आख्या कि 5 नमाज़ां वक्त पंजे पंजा ना। 5 नमाजां दा जिक्र गुरु साहब ने बाणी अंदर भी किया है। बाबा फरीद साहब आखते ने कि जे तेरे जीवन अंदर मर्यादा नहीं, तू रब नूं नेम नाल याद नहीं करदा, ते तेरा जीवन उस कूकर दी तरह है, उस कुत्ते दी तरह है
ਤੇ ਦੇਖੋ ਹਰ ਇੱਕ ਧਰਮ ਦੇ ਅੰਦਰ ਜੀਵਨ ਨੂੰ ਸੋਹਣਾ ਬਣਾਉਣ ਲਈ ਮਰਿਆਦਾ ਬਣਾਈ ਗਈ ਹੈ। ਧਰਮ ਨਾਮ ਹੀ ਜੀਵਨ ਜੀਣ ਦਾ ਹੈ। ਧਰਮ ਤੋਂ ਭਾਵ ਹੈ ਕਿ ਜੀਵਨ ਨੂੰ ਸੋਹਣੇ ਤਰੀਕੇ ਦੇ ਨਾਲ ਜੀਣ ਦਾ ਜੋ ਢੰਗ ਹੈ ਉਸ ਨੂੰ ਧਰਮ ਕਿਹਾ ਹੈ। ਤੇ ਧਰਮ ਦੇ ਅੰਦਰ ਜੋ ਮਰਿਆਦਾ ਬਣਾਈਆਂ ਗਈਆਂ, ਸਤਿਗੁਰ ਆਖਦੇ ਨੇ ਕਿ ਉਹ ਜੀਵਨ ਨੂੰ ਬਿਹਤਰ ਬਣਾਉਣ ਲਈ, ਜਿਵੇਂ ਕਿ ਅਕਾਲ ਤਖਤ ਤੋਂ ਰਹਿਤ ਮਰਿਆਦਾ ਬਣਾਈ ਗਈ ਹੈ ਸਿੱਖ ਦੇ ਜੀਵਨ ਲਈ, ਕਿ ਸਿੱਖ ਦਾ ਜੀਵਨ ਸੋਹਣਾ ਬਣ ਜਾਏ, ਪਵਿੱਤਰ ਬਣ ਜਾਏ। ਤੇ ਉਸੇ ਮਰਿਆਦਾ ਦੇ ਵਿੱਚ ਹੈ ਕਿ ਸਿੱਖ ਨੇ ਅੰਮ੍ਰਿਤ ਵੇਲੇ ਨਿਤਨੇਮ ਬਾਣੀਆਂ ਦਾ ਪਾਠ ਕਰਨਾ ਹੈ, ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਕਰਨਾ ਹੈ, ਸੌਣ ਵੇਲੇ ਸੋਹਲਾ ਸਾਹਿਬ ਦੀ ਬਾਣੀ ਦਾ ਪਾਠ ਕਰਨਾ ਹੈ। ਇਹ ਮਰਿਆਦਾ ਬਣਾਈ ਹੈ। ਤੇ ਮਰਿਆਦਾ ਤੋਂ ਬਿਨਾਂ ਸੋਹਣੇ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਬਾਬਾ ਫਰੀਦ ਸਾਹਿਬ ਜਿੱਥੇ ਆਪਣੇ ਸਰਾਂ ਦੇ ਪੱਕੇ ਨੇ, ਦੇਖੋ ਬਾਬਾ ਫਰੀਦ ਸਾਹਿਬ ਉਮਰ ਵਿੱਚ ਅਜੇ 11 ਸਾਲ ਦੇ ਸਨ ਜਦੋਂ ਬਾਬਾ ਫਰੀਦ ਸਾਹਿਬ ਨੂੰ ਕੁਰਾਨ ਸਾਰੀ ਦੀ ਸਾਰੀ ਕੁਰਾਨ ਸ਼ਰੀਫ ਯਾਦ ਹੈ। ਤੇ ਉਹ ਮਾਂ ਦੇ ਪ੍ਰੇਰੇ ਹੋਏ ਬਾਬਾ ਫਰੀਦ ਸਾਹਿਬ 11 ਸਾਲ ਦੀ ਉਮਰ ਦੇ ਅੰਦਰ ਜਿਨ੍ਹਾਂ ਨੂੰ ਕੁਰਾਨ ਸ਼ਰੀਫ ਯਾਦ ਹੈ। ਤੇ ਇਸਲਾਮ ਸਰਾ ਦੇ ਵਿੱਚ ਇਹ ਮੰਨਿਆ ਗਿਆ ਹੈ ਕਿ ਬੱਚਾ ਜਦੋਂ ਤਕਰੀਬਨ 4.25 ਜਾਂ 4.5 ਸਾਲ ਦਾ ਹੋ ਜਾਏ ਤੇ ਉਸ ਨੂੰ ਕੁਰਾਨ ਸ਼ਰੀਫ ਪੜ੍ਹਨ ਲਈ ਲਗਾ ਦੇਣਾ ਲਾਜ਼ਮੀ ਹੈ। ਪਰ ਜਦੋਂ ਅਸੀਂ ਆਪਣੇ ਵੱਲ ਦੇਖਦੇ ਹਾਂ, ਕਦੇ ਕਹਿ ਕੇ ਦੇਖੋ ਕਿਸੇ ਨੂੰ ਕਿ ਬੱਚਿਆਂ ਨੂੰ ਅੰਮ੍ਰਿਤ ਛਕਾਇਆ ਜਾਏ, ਬਾਣੀ ਦਾ ਪਾਠ ਉਹਨੂੰ ਕਰਾਇਆ ਜਾਏ, ਤੇ ਸੁਭਾਵਕ ਇਹ ਸਵਾਲ ਦਾ ਜਵਾਬ ਮਿਲ ਜਾਂਦਾ ਹੈ ਕਿ ਅਜੇ ਬੱਚੇ ਛੋਟੇ ਨੇ। ਪਰ ਹਕੀਕਤ ਹੈ ਕਿ ਜਿਨ੍ਹਾਂ ਬੱਚਿਆਂ ਨੇ ਪਹਿਲੀ ਉਮਰੇ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਆਪਣੇ ਨੇਮ ਨੂੰ ਨਿਭਾਉਣਾ ਸ਼ੁਰੂ ਕੀਤਾ, ਸਾਰਾ ਜੀਵਨ ਉਹ ਬਾਣੀ ਉਹਨਾਂ ਬੱਚਿਆਂ ਨੂੰ ਭੁੱਲਦੀ ਨਹੀਂ। ਭੱਟ ਸਾਹਿਬਾਨਾਂ ਨੇ ਗੁਰੂ ਅਰਜੁਨ ਦੇਵ ਪਾਤਸ਼ਾਹ ਲਈ ਇਹ ਸ਼ਬਦ ਵਰਤੇ ਨੇ। ਉਹ ਆਖਦੇ ਨੇ ਕਿ ਗੁਰੂ ਅਰਜੁਨ ਦੇਵ ਪਾਤਸ਼ਾਹ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਿ ਜੰਮਦਿਆਂ ਹੀ ਗੁਰਮਤ ਦੀ ਪਛਾਣ ਕੀਤੀ ਹੈ। ਤੇ ਇਹ ਗੁਰਮਤ ਦੀ ਪਛਾਣ ਧੰਨ ਗੁਰੂ ਅਮਰਦਾਸ ਮਹਾਰਾਜ ਜੋ ਰਿਸ਼ਤੇ ਅੰਦਰ ਨਾਨਾ ਲੱਗਦੇ ਨੇ, ਗੋਬਿੰਦਵਾਲ ਸਤਿਗੁਰੂ ਮਹਾਰਾਜ ਧੰਨ ਗੁਰੂ ਅਰਜੁਨ ਦੇਵ 11 ਸਾਲ ਨਾਨੇ ਦੀ ਗੋਦ ਦੇ ਅੰਦਰ ਰਹੇ ਨੇ, ਭਾਵਕਿਆਂ ਦੀ ਸੰਗਤ ਕੀਤੀ ਹੈ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕੋਲੋਂ ਉਹ ਗੁਣ ਪ੍ਰਾਪਤ ਕੀਤੇ ਨੇ। ਸਤਿਕਾਰਯੋਗ ਮਾਤਾ ਭਾਨੀ ਜੀ ਕੋਲੋਂ ਉਹ ਬਾਣੀ ਦੀਆਂ ਲੋਰੀਆਂ ਮਿਲੀਆਂ ਨੇ। ਤੇ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਸੁਭਾਵਕ ਹੀ ਫਿਰ ਗੁਰਮਤ ਜਨਮਤ ਗੁਰਮਤ ਬ੍ਰਹਮ ਪਛਾਣਿਓ ਦੀ ਕਸਵੱਟੀ ਉੱਪਰ ਪੂਰੇ ਉਤਰੇ। ਹੁਣ ਇਹ ਗੁਣ ਪਰਿਵਾਰ ਦੇ ਵਿੱਚੋਂ ਮਿਲੇ ਨੇ, ਜੋ ਅੱਜ ਸਾਡੇ ਘਰਾਂ ਦੇ ਵਿੱਚੋਂ ਉਹ ਜ਼ਿੰਮੇਵਾਰੀਆਂ ਜੋ ਮਾਂ ਬਾਪ ਵੱਡੇ ਬਜ਼ੁਰਗ ਨਿਭਾਉਂਦੇ ਸਨ, ਉਹ ਜ਼ਿੰਮੇਵਾਰੀਆਂ ਤੋਂ ਅਸੀਂ ਅਵੇਸਲੇ ਹੋ ਗਏ ਆ। ਤੇ ਬਾਬਾ ਫਰੀਦ ਸਾਹਿਬ ਨੇ ਫਿਰ ਅੱਜ ਬਾਣੀ ਦੇ ਅੰਦਰ ਕਿਹਾ ਕਿ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ। ਇਹ ਭਲੀ ਰੀਤ ਨਹੀਂ ਹੈ, ਇਹ ਭਲੀ ਗੱਲ ਨਹੀਂ ਹੈ, ਇਹ ਭਲੀ ਮਰਿਆਦਾ ਨਹੀਂ ਹੈ। ਮਰਿਆਦਾ ਸਾਨੂੰ ਸੋਹਣਾ ਜੀਵਨ ਜੀਣ ਦਾ ਢੰਗ ਸਿਖਾਉਂਦੀ ਹੈ ਕਿ ਸਿੱਖ ਦਾ ਜੀਵਨ ਸੋਹਣਾ ਬਣ ਜਾਏ। ਤੇ ਹਰ ਇੱਕ ਧਰਮ ਦੇ ਅੰਦਰ, ਭਾਵੇਂ ਹਿੰਦੂ ਧਰਮ ਹੈ, ਭਾਵੇਂ ਇਸਲਾਮ ਧਰਮ ਹੈ, ਹਰ ਇੱਕ ਧਰਮ ਦੇ ਅੰਦਰ ਕੁਝ ਮਰਿਆਦਾ ਨੇ, ਕੁਝ ਅਸੂਲ ਨੇ। ਉਹ ਅਸੂਲ ਜੀਵਨ ਨੂੰ ਬਿਹਤਰ ਕਰਨ ਲਈ ਨੇ। ਤੇ ਜਿਸ ਦੇ ਜੀਵਨ ਦੇ ਅੰਦਰ ਮਰਿਆਦਾ ਨਹੀਂ, ਅਸੂਲ ਨਹੀਂ, ਉਹਨਾਂ ਦਾ ਜੀਵਨ ਬੇਤਰਤੀਬਾ ਹੋ ਜਾਂਦਾ ਹੈ। ਉਸ ਜੀਵਨ ਨੂੰ ਸੋਹਣਾ ਨਹੀਂ ਕਿਹਾ ਜਾ ਸਕਦਾ, ਕਿਉਂਕਿ ਜੀਵਨ ਅੰਦਰ ਕੋਈ ਮਰਿਆਦਾ ਨਹੀਂ ਰਹੀ। ਰੱਬ ਨੇ ਵੀ ਨਿਯਮ ਬਣਾਇਆ ਹੈ, ਰੱਬ ਨੇ ਵੀ ਮਰਿਆਦਾ ਬਣਾਈ ਹੈ। ਦੇਖੋ 5 ਤੱਤਾਂ ਦਾ ਇਹ ਸਰੀਰ ਹੈ। ਜੇ ਇਹਨਾਂ 5 ਤੱਤਾਂ ਦੇ ਚੋਂ ਇੱਕ ਤੱਤ ਵੀ ਬੇਮਰਿਆਦਾ ਹੋ ਜਾਏ ਤੇ ਜੀਵਨ ਦੀ ਕਲਪਨਾ ਨਹੀਂ ਹੈ, ਜੀਵਨ ਖਤਮ ਹੋ ਜਾਏਗਾ। ਭਾਵੇਂ 5 ਤੱਤ ਨੇ, ਇੱਕ ਤੱਤ ਨੇ ਆਪਣਾ ਅਸਰ ਵੱਖਰਾ ਕਰ ਲਿਆ, ਇੱਕ ਤੱਤ ਨੇ ਬੇਤਰਤੀਬਾ ਹੋ ਗਿਆ। 4 ਤੱਤ ਸਰੀਰ ਵਿੱਚ ਮੌਜੂਦ ਨੇ, ਜੀਵਨ ਦੀ ਕਲਪਨਾ ਨਹੀਂ ਹੈ, ਜੀਵਨ ਖਤਮ ਹੋ ਜਾਏਗਾ। ਸਤਿਗੁਰੂ ਮਹਾਰਾਜ ਆਸਾ ਕੀ ਵਾਰ ਦੇ ਅੰਦਰ ਆਖਦੇ ਨੇ ਕਿ ਜੇ ਸਮੁੰਦਰਾਂ ਅੰਦਰ ਪਾਣੀ ਟਿਕਿਆ ਹੋਇਆ ਹੈ, ਇਹ ਰੱਬ ਦੀ ਬਣਾਈ ਹੋਈ ਮਰਿਆਦਾ ਹੈ। ਤੇ ਰੱਬ ਦੀ ਬਣਾਈ ਹੋਈ ਮਰਿਆਦਾ ਦੇ ਵਿੱਚ ਉਹ ਸਮੁੰਦਰਾਂ ਦੇ ਵਿੱਚ ਪਾਣੀ ਟਿਕਿਆ ਹੋਇਆ ਹੈ। ਜੇ ਉਹ ਮਰਿਆਦਾ ਨਾ ਹੋਏ ਤੇ ਪਾਣੀ ਦੁਨੀਆ ਨੂੰ ਫਨਾ ਕਰਕੇ ਰੱਖ ਦੇ, ਮਰਿਆਦਾ ਹੀ ਹੈ।
जिस अगन दे नाल असी घरां दे अंदर सोहणे पकवान तैयार करते हैं, सर्दियां दे अंदर वो तपश लई साडे शरीर नूं सुख मिलता है, निग मिलता है। जे वो अगन बेतरतीबी हो जाए तो दुनिया नूं साड़ के स्वाह कर दे। जे कह लवा कोई भी तत्त, जे हवा भी बेतरतीबी हो जाए, तूफान दे आ जाए तो दुनिया नूं फना कर दे। पर सतगुरु महाराज आखते ने कि रब दे हुक्म दे अंदर वो मर्यादा दे विच ने, जो गुरुदेव आखते ने कि भै विच पौण वह सदवाओ, भै विच चलै लख दरियाओ, भै विच अगन कढै वेगार, भै विच धरती दबी भार। ये सारा सलोक ही गुरुदेव आखते ने कि जीवन दे च मर्यादा बड़ी जरूरी है। ते अवर जोन तेरी पनिहारी, इस धरती में तेरी सिकदारी, मनुख तेनू रब ने सरदारी बख्शिश की है। जे तेरे जीवन अंदर भी मर्यादा ना होए ते होर जूना की की कल्पना की जा सकती है। तेनू सिरमोर बनाया सी रब ने। ते अज बाबा फरीद साहब आखते ने कि बेनिवाजा कुत्तिया, ये ना भली रीत, ये भली रीत नहीं है, ये भली मर्यादा नहीं है, ये भली गल नहीं है। कभी चलना आया पंजे वक्त मसीत, कि रब दी खुदा दी वाहिगुरु दी सिफत सलाह कर लई रब दे चरनां ते जुड़िया ही नहीं तू। हुण इस सलोक दे अंदर बाबा फरीद साहब ने शब्द कुत्तिया वरतिया है, कुत्ते लई, कि एक कुत्ते वर्गे इंसान जिस दे जीवन अंदर रूहानियत नहीं ते जिस दे जीवन अंदर मर्यादा नहीं। वैसे बाणी ने कूकर दे दो पक्ष लए ने। कूकर नूं गुरबाणी ने वफादार जानवर भी किया, मैं अगे जाके विचारांगा। पर जदों कूकर हरका जाए ना, हलक जाए जदों कुत्ता, ते जिहड़ा मालिक सारा जीवन उसनूं खाण नूं देंदा है, उहदी परवरिश करदा है, क्योंकि अज दे समय अंदर ते कुत्तियां नूं बच्चियां दी तरह ही पालिया जाता है। जे कुत्ता हलका जाए, जिस कूकर नूं बड़े यत्नां दे नाल पालिया, घर दे विच सारे सुख दिते, हलके आया कुत्ता अपने मालिक नूं भी खा जाता है। मालिक नूं भी खाण तों परहेज नहीं करता। गुरुदेव ने बाणी विच की है, सतगुर आखदे ने कि जो कूकर हरकाया धावे देह दिस जाए, लोभी जंत न जाने भख अपख सब खाए। बस लोभी जीव दा भी जिस दे जीवन अंदर मर्यादा नहीं, उहदा जीवन भी उसे तरह का है, क्योंकि जीवन बेतरतीबा हो गया। गुरु कलगीधर पातशाह सच्चे पातशाह ने औरंगजेब नूं कहा सी कि औरंगजेब तेरी हालत उस कां वर्गी है ते तेरी हालत उस हलकाए हुए कूकर की तरह है। तू अपने आप नूं इस्लाम धर्म दे विच कहंदा है कि मैं धर्मी हाँ, धर्म का पखंड जरूर करदा है, पर तेरी हालत उस कूकर की तरह है। क्योंकि जिस कुरान शरीफ धार्मिक ग्रंथ नूं तुसीं बड़ा सत्कारदे हो, उसे पर हाथ रख के कसमां खा के तू कसमां तो मुकर गया है। कहंदे ने कि तेरी जगह जे मैं भी होंदा ना, जे गुप्त रूप दे विच भी मैं कसम खांदा ते मैं उस कसम की लाज रखनी सी। मैं तेरे वर्गा नहीं हाँ। तू उस सियाणे कां दी तरह ते उस हलकाए हुए कुत्ते की तरह है, जिसका जीवन बेतरतीबा है। जदों जीवन दे अंदर सतगुर आखदे ने कि कूकर की तरह जीव हलका जाए ना, हलक जाए, फिर किसी का नहीं बनता। ते बाबा फरीद साहब जी का अपना जीवन जो तकरीबन 1173 तो रह के 1265 तक 94 साल की उम्र हो गई है बाबा फरीद साहब जी की। पर सरां दे नेम दे बड़े पक्के ने। पंजों वेले की नमाज अदा करनी, खुदा नूं याद करना, आप भावें बाबा फरीद साहब रब वर्गे ने। ते इतिहास कहता है कि जदों अखीरली नमाज अदा कर लेंगे ना, पंजवीं नमाज, बाबा फरीद साहब नूं बेहोशी आ गई, गश आ गई, ते गश खा के डिग पे। नाल चेले सन, शिगिरद सन। उठ के पूछया मेरी नमाज अदा हुई कि नहीं?
चेलियां ने कहा कि बाबा फरीद साहब तुसी खुदा दा रूप हो, रब वर्गे हो, जे नहीं भी हुई तो की है? कह लगे नहीं, मैं अपने अंदर तू आप जानदा हाँ। फिर बाबा फरीद साहब ने उजू किया, मूँह हथ जो इस्लाम धर्म के धो के नमाज करते ने, उजू करके फिर बाबा फरीद साहब ने खुदा की नमाज रब नूं याद किया, जो अज बाबा फरीद साहब जी पावन बाणी अंदर आखते ने कि बेनिवाजा कुत्तिया ये ना भली रीत, जिस मालिक दियां दित्तियां हुईयां पदार्थां नूं सुखां नूं भुगदे उस रब नूं चेते कर, उस रब की याद अपने हिरदे अंदर टिका। बड़ा प्यारा वचन है कबीर साहब जी का, जिस शब्द अंदर कबीर साहब मनुख नूं सुचेत कर रहे ने, ते मनुख नूं जिहड़ा बेतरतीबा जिसका जीवन है, लोभ लालच च फस के रब नूं विसारी बैठा है, उस जीव नूं कुत्ते की तरह कह के गां का एग्जाम्पल देंदे ने कबीर साहब जी। कबीर साहब का वचन है कि सुरह की जैसी तेरी चाल, कहने कि जदों कूकर है ना, जदों चोरी ले कोई पदार्थ प्राप्त कर ले जाता है, पैरों नूं बड़े धीरे धीरे दबा के जाता है, किसी नूं पता ना लग जाए, बड़े धीरे धीरे पैरों नूं दबा के कोई चीज चोरी करने लई, कुत्ते का सुभाव है वो चोरी करने बड़े धीरे धीरे पैरों के नाल जांदा है। ते कबीर साहब आखते ने कि सुरह की जैसी तेरी चाल, के तेरी चाल है कूकर रूपी इंसान उस गां वर्गी है जो बड़ी धीरे धीरे चलती है। तेरी पुंछट ऊपर चमक वाल, तेरी पुंछल जड़ी है, पाओ कि तेरा लिबास जड़ा है वो लोगों दियां नज़रां दे विच धर्मियां वाला हो सकता है। तू अपने आप नूं बड़ा लोगों के सामने आखे कि मैं बहुत ही धर्मी हाँ, पर कबीर साहब आखते ने कि तेरी हालत यह है कि सुरह की जैसी तेरी चाल, तेरी पुंछट ऊपर चमक बाल, इस ग्रह में है सो ढूंढ खाए और किसू के तू मत ही जाहे। इस ग्रह तो भाव है कि जो तेरी हक दी कमाई है, नेक कमाई है, उसे दे अंदर संतोखी रह के रुखी सुखी खाए के ठंडा पानी पियो। इस ग्रह में है सो ढूंढ खाए और किसू के तू मत ही जाए, फिर तू कूकर की तरह होरां दे घर ना पटा, क्योंकि बाबा फरीद साहब कहते ने कि बार पराए बैसना साईं मुझे ना दे दाता, मेरे पर ऐसा समा ना आए मैं तेरा दर छोड़ के मैनू किधरे होर भटकना पे। जे कदे ऐसा समा आए ना, कृपा करी मेरे शरीर दे विचों जिंद नूं कढ लई, क्योंकि फरीद जींदियां होइयां भी तेरे दर दे उपर ते मरण तो बाद भी तेरे दर दे उपर रहना चाहता है। बार पराए बैसना साईं मुझे ना दे, जे तू एवें रखसी जियो शरीरों ले, कि जिंद नूं शरीर दे चों कढ ले। अज कबीर साहब कहते ने सुरह की जैसी तेरी चाल, तेरी चाल ते गौ वर्गी है, बड़े दबे हुए पैरों दे नाल है कुत्ते वर्गे इंसान, तू धर्मियां वाला लिबास हो सकता है पाया हुए, लोगों दियां नज़रां अंदर तू बड़ा ही मासूम नजर आंदा होए, पर तेरी हालत कहंदे ने कि मैं जानदा हाँ कि सुरह की जैसी तेरी चाल, तेरी पुंछट ऊपर चमक वाल, इस ग्रह में है सो ढूंढ खाए और किसू के तू मत ही जाए, चाकी चाटे चून खाए। पुराने समय अंदर चक्की दे नाल आटा पीसिया जांदा सी, ते सवाणियां ने जदों आटा इकट्ठा कर लेना ते चक्की दे नाल कुछ आटा लग्या रह जांदा सी। हुण उस मनुख ने कह लवां उस कूकर ने जाके उत्ते जाके चटना उस आटे नूं। हुण कबीर साहब गल समझा रहे ने मनुख नूं, कुत्ते वर्गे मनुख नूं जिहदा सुभाव कूकर वर्गा हो चुके है। कबीर साहब आखदे कि चाकी चाटे चून खाए, चाकी का चीथरा कहाँ ले जाए। जो उस चक्की दे नाल कपड़ा लगा हुआ है ना, उसनूं भी नाल खिंच के लै जांदा है, उसनूं भी कि केवल जो मिले उसे अंदर संतोख नहीं, लालच दे अधीन उस कपड़े नूं भी खिंचदा है। ते सतगुर आखदे ने कि मनुख तेरी हालत यह है, ते बेनिवाजा कुत्तिया
ये ना भली रीत, ये भली रीत नहीं है। रब की मर्यादा दे विच, रब के हुक्म दे विच हुक्म रजाई चलना, नानक लिखिया नाल असल दे विच ते मर्यादा ये है। सतगुरु महाराज कृपा करते ने कि जिन्हां ने फिर मालिक के हुक्म नूं पछाण लिया, फिर वो रब की रजा दे तुरदे ने। साईं मियाँ मीर का जदों जीवन में देखदा हाँ, साईं मियाँ मीर ने गुरु अर्जन देव पातशाह ने एक बार कहा, गुरुदेव पातशाह सुखमनी साहब की बाणी का पाठ करता सी साईं मियाँ मीर, ते कहन लगा कि सुखमनी साहब की बाणी दे विच ब्रह्म ज्ञानी की गल कीती है कि ब्रह्म ज्ञानी जो सोने मिट्टी नूं एक करके जाने, ते मिट्टी का सुभाव, ब्रह्म ज्ञानी का सुभाव इस तरह का है कि जो बसुदा को खोदे, कोई चंदन लेप भावें धरती नूं कोई खोदे ते भावें चंदन का लेप करे, ब्रह्म ज्ञानी दृष्टि इको वर्गी है। साईं मियाँ मीर कह लगे गुरु अर्जुन देव जी, ब्रह्म ज्ञानी की अवस्था किसी दी है। सतगुर आखन लगे, साईं मियाँ मीर जी तुहानू समा आएगा पता लग जाएगा। हुण तत्ती तवी पर धन गुरु अर्जुन देव पातशाह बैठे हुए ने, साईं मियाँ मीर आया, अखां दे च हंझू ने, ते गुरु अर्जुन देव आखन लगे साईं मियाँ मीर जी किसे वेले सवाल किया कि तुसी ब्रह्म ज्ञानी की अवस्था, अज सुखमनी साहब की बाणी की व्याख्या हो रही है। जो धन गुरु अर्जुन देव महाराज ने सुखमनी साहब की बाणी दे कहा, वो तत्ती तवी पर बैठ के साईं मियाँ मीर नूं दस्सिया गुरुदेव पातशाह ने, किन्हां ने जिन्हां दे जीवन अंदर मर्यादा आ गई ते जिन्हां दे जीवन अंदर मर्यादा नहीं आई। कबीर साहब फिर बाणी अंदर आखदे ने कि चार पांव दोए सिंह गुंग मुख तब कैसे गुन गई है। कबीर साहब ने वो पिंडां दा जो माहौल है जिथे पशु रखे जाते ने, ते पशुआं दे विच बैल जां असीं बलद शब्द वरतदे हां, सारी जिंदगी उहदे कोल हल वाहना ते उसदे नासां दे विच रस्सी पा देनी बलद दे, ते कई वारी वो रस्सा खिच्चण दे नाल वो नासां फट भी जाणियां उन्हां दीयां। कबीर साहब ने दृष्टांत दिता, आखन लगे जदों तक साईं दे घर नहीं है ना, मालिक दे चरनां दे नाल जुड़िया रहा, जीवन तरतीब च रहा, रब ने बड़ियां बरकतां कीतियां, पर संसार च मालिक दे नाम नूं विसार के हालत ये होई कि चार पाओ हुण तेरे चार पैर ने, दोए सिंह सिर दे पर दो सिंह ने, गुंग मुख तेरा मुख जिहड़ा गुंग है क्योंकि नथेल पाई हुई है। तब कैसे गुन गई है, उठत बैठत ठेगा पर है, उठदा है तां भी सोटा पैंदा है, बैठदा है तां भी सोटा पैंदा है, अब कत मूंड लुकई है, हुण क्यों तू मूंह छुपांदा है, हर बिन बैल बिराने हुई है। हरि दी भगती तो बिना हुण तू बेगाना हो गया है। ते सच जानना जदों वत्तर आंदा है ना, ते किसान की करते ने, अपनी ते उन्होंने बैलों की जो जोड़ी है उहदे नाल हल वाहना आई, ते वत्तर दे वेले वो लोकां दे कोलों, पड़ोसियां दे कोलों भी, बेगाने भी बलद लिआंदे सन तां खेत जोतदे सन। हुण सियाणे बैठे हो सी, अपने हो सकता है कि दिन दे विच 2 घंटे बैलों नूं जोतन खेत दे विच, बगाना जदों बैल लैके आंदे हैं सोचते ने भई अज मंग के लियाए आ, वध तो वध काम कढ लईए। अपने बलदां दे नाल 2 घंटे या 3 घंटे वांदे सन, अज पड़ोसियां दे मंग के लैके आंदे, सोचिया 4-5 घंटे इन्हां नूं वाह लो, कल ते दे ही देना इन्हां नूं। ते खाण नूं भी कोदरे दा भूसा जिहड़ा है ना, तूड़ा उही पाना। कबीर साहब ने बाणी अंदर कहा, आखिर कि चार पांव दोई सिंह गुंग मुख तब कैसे गुन गई है, उठत बैठत ठेगा पर है, अब कत मूंड लुकई है, हुण क्यों मुंह छुपांदा है, हर बिन बैल बिराने हुई है। हरि दी भगती तो बिना ये बैल हुण तू बेगाना हो गए हैं, तेनू कोई घर रखण लई तैयार नहीं है। ते जदों बल दे दंद टुट जाते सन, लोग घरां दे विचों कढ देंदे सन। हर बिन बैल बिराने हुई है, फाटे नाकन टूटे काधन, उन्हां दे नक भी फट जाते ने,
ਤੇ ਕੰਧਿਆਂ ਦੇ ਉੱਪਰ ਹਲ ਦੀ ਉਹ ਜੋੜੀ ਰੱਖ ਰੱਖ ਕੇ ਉਹਨਾਂ ਦੇ ਕੰਧੇ ਵੀ ਟੁੱਟ ਜਾਂਦੇ ਨੇ। ਫਾਟੇ ਨਾਕਨ ਟੂਟੇ ਕਾਂਦਨ ਕੋਦੋ ਕੋ ਫੁਸਖਈ ਹੈ, ਸਾਰੋ ਦਿਨ ਸਚਰਤ ਬਨਮਈਆ ਅਜ ਉਹ ਨਾ ਪੇਟ ਅਗਈ ਹੈ। ਸਾਰਾ ਦਿਨ ਜੰਗਲ ਦੇ ਚਰਨ ਦੇ ਨਾਲ ਵੀ ਪੇਟ ਨਹੀਂ ਭਰਦਾ। ਹੁਣ ਸਤਿਗੁਰ ਆਖਦੇ ਨੇ ਕਿ ਕਿਸੇ ਵੇਲੇ ਮਾਲਕ ਨੇ ਦੁਨੀਆ ਦੇ ਪਦਾਰਥ ਦਿੱਤੇ, ਦੁਨੀਆ ਦੇ ਸੁੱਖ ਦਿੱਤੇ, ਦਾਤ ਪਿਆਰੀ ਵਿਸਰਿਆ ਦਾਤਾਰਾ। ਉਸ ਵੇਲੇ ਦਾਤ ਤੇ ਚੰਗੀ ਲੱਗੀ, ਦਾਤਾਰ ਵਿਸਰ ਗਏ ਆ। ਅੱਜ ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਜਿਸ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਮਾਣ ਰਹੇ ਹੈ, ਉਸ ਰੱਬ ਨੂੰ ਯਾਦ ਕਰਕੇ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ। ਇਹ ਭਲੀ ਰੀਤ ਨਹੀਂ ਹੈ। ਪਰ ਕੁੱਤੇ ਦਾ ਜੋ ਦੂਸਰਾ ਸੁਭਾਅ ਹੈ, ਅਸੀਂ ਵਿਚਾਰਿਆ ਕਿ ਕਿਉਂ ਜੋ ਕੂਕਰ ਹਰਕਾਇਆ, ਪਰ ਕੂਕਰ ਦੇ ਲਈ ਸਤਿਗੁਰ ਮਹਾਰਾਜ ਨੇ ਵਫਾਦਾਰੀ ਸ਼ਬਦ ਵਰਤਿਆ ਹੈ। ਮਹਾਰਾਜ ਦੀ ਪਾਵਨ ਬਾਣੀ ਦੇ ਬਚਨ ਆਂਦਾ ਹੈ ਕਿ ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਏ ਬਦਨ ਪਸਾਰ। ਦਾਤਾ ਤੇਰੇ ਚਰਨਾਂ ਦੇ ਵਿੱਚ ਮੈਂ ਕੂਕਰ ਬਣ ਕੇ ਪੁਕਾਰ ਕਰਾਂ, ਤੇਰੇ ਚਰਨਾਂ ਦੇ ਤੇਰੀ ਸਿਫਤ ਸਲਾਹ ਕਰਾਂ। ਕਬੀਰ ਸਾਹਿਬ ਆਖਦੇ ਨੇ ਕਿ ਕਬੀਰ ਕੂਕਰ ਰਾਮ ਕੋ ਮੁਤਿਆ ਮੇਰੋ ਨਾਮ, ਗਲੇ ਹਮਾਰੇ ਜੇਵਰੀ ਜੈ ਖਿੰਚੇ ਤੈ ਜਾਓ। ਮੇਰੇ ਗਲੇ ਦੇ ਵਿੱਚ ਹੁਕਮ ਦੀ ਜੇਵੜੀ ਬੱਧੀ ਹੋਈ ਹੈ ਤੇ ਜਿਵੇਂ ਮਾਲਕ ਤੂੰ ਚਲਾਉਂਦਾ ਹੈ ਤਿਵੇਂ ਮੈਂ ਚੱਲਦਾ ਹਾਂ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਆਖਦੇ ਨੇ ਕਿ ਸੁਆਮੀ ਕੋ ਗ੍ਰਹਿ ਜਿਉ ਸਦਾ, ਸੁਆਨ ਤਜਤ ਨਹੀਂ ਨਿਤ। ਨਾਨਕ ਇਹ ਬਿਦਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਜਿਵੇਂ ਕੂਕਰ ਆਪਣੇ ਮਾਲਕ ਦਾ ਘਰ ਕਦੇ ਨਹੀਂ ਛੋੜਦਾ, ਮਾਲਕ ਥੋੜਾ ਦੇ ਬਹੁਤਾ ਦੇ, ਮਾਲਕ ਦੇ ਚਰਨਾਂ ਟਿਕਿਆ ਰਹਿੰਦਾ ਹੈ। ਹੁਣ ਇਸ ਸ਼ਲੋਕ ਦੇ ਅੰਦਰ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਜੋ ਬਾਬਾ ਫਰੀਦ ਸਾਹਿਬ ਸਮਝਾਉਂਦੇ ਨੇ, ਜੈਸਰੀ ਕੀ ਵਾਰ ਦੀ ਇੱਕ ਪੌੜੀ ਆਪ ਨਾਲ ਸਾਂਝੀ ਕਰਕੇ ਸਮਾਪਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਆਖਦੇ ਨੇ ਕਿ ਸੁੰਦਰ ਸੇਜ ਰੱਬ ਨੇ ਸੋਹਣਾ ਕਰ ਦਿੱਤਾ ਤੇ ਸੋਹਣੀ ਸੇਜਾ ਹੈ, ਆਰਾਮ ਕਰਨ ਲਈ ਸੋਹਣਾ ਬਿਸਤਰਾ ਵੀ ਹੈ, ਮਖਮਲ ਦੇ ਬਿਸਤਰੇ ਲੱਗੇ ਹੋਏ ਨੇ। ਸੁੰਦਰ ਸੇਜ ਅਨੇਕ ਸੁਖ, ਅਨੇਕਾਂ ਸੁਖ ਨੇ, ਰਸ ਭੋਗਣ ਪੂਰੇ। ਦੁਨੀਆ ਦੇ ਸਾਰੇ ਰਸ, ਦੁਨੀਆ ਦੇ ਸਾਰੇ ਪਦਾਰਥ ਤੇਰੇ ਬਿਸਤਰੇ ਕੋਲ ਹੀ ਆ ਜਾਂਦੇ ਨੇ। ਇੱਕ ਆਵਾਜ਼ ਮਾਰਨ ਦੀ ਦੇਰ ਹੈ, ਬੜੇ ਨੌਕਰ ਚਾਕਰ ਨੇ ਮਾਲਕ ਦੇ ਹੁਕਮ ਦੇ ਅੰਦਰ, ਰਜਾ ਦੇ ਅੰਦਰ ਸਾਰੇ ਸੁਖ ਭੋਗ ਰਹੇ। ਆਵਾਜ਼ ਇੱਕ ਗਈ ਤੇ ਤੇਰੇ ਬਿਸਤਰੇ ਕੋਲ ਹੀ, ਤੇਰੇ ਪਲੰਗ ਦੇ ਕੋਲ ਹੀ ਦੁਨੀਆ ਦੇ ਸਾਰੇ ਪਦਾਰਥ ਆ ਕੇ ਇਕੱਠੇ ਹੋ ਗਏ। ਸੁੰਦਰ ਸੇਜ ਅਨੇਕ ਸੁਖ, ਰਸ ਭੋਗਣ ਪੂਰੇ। ਗ੍ਰਹਿ ਸੋਇਨ ਚੰਦਨ ਸੁਗੰਧ, ਲਾਈ ਮੋਤੀ ਹੀਰੇ। ਗੁਰਦੇਵ ਆਖਦੇ ਨੇ ਕਿ ਸੋਨੇ ਵਰਗਾ ਸੋਹਣਾ ਘਰ ਹੈ, ਹੀਰੇ ਮੋਤੀਆਂ ਦੇ ਨਾਲ ਜੜਿਆ ਹੋਇਆ ਹੈ, ਜਿਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਵੀ ਨੇ, ਜੋ ਅਸੀਂ ਘਰਾਂ ਦੇ ਅੰਦਰ ਪਰਫਿਊਮ ਆਦਿ ਵਰਤ ਲੈਂਦੇ ਹਾਂ। ਇਹ ਸਾਰੇ ਦੁਨੀਆ ਦੇ ਸੁੱਖ ਹੀ ਮੌਜੂਦ ਨੇ। ਗੁਰਦੇਵ ਆਖਦੇ ਨੇ ਕਿ ਗ੍ਰਹਿ ਸੋਇਨ ਚੰਦਨ ਸੁਗੰਧ, ਲਾਏ ਮੋਤੀ ਹੀਰੇ। ਮਨ ਇੱਛੇ ਸੁਖ ਮਾਣਦਾ, ਕਿਛ ਨਾਹੀਂ ਵਿਸੂਰੇ। ਜੋ ਮਨ ਵਿੱਚ ਇੱਛਦਾ ਹੈ ਉਹੀ ਸੁਖ ਮਾਣਦਾ ਹੈ, ਕੋਈ ਚਿੰਤਾ ਕੋਈ ਫਿਕਰ ਹੀ ਨਹੀਂ। ਪਰ ਨਾਲ ਹੀ ਆਖਦਾ ਕਿ ਸੋ ਪ੍ਰਭ ਚਿਤ ਨਾ ਆਵੇ ਬਿਸ਼ਟਾ ਕੇ ਕੀਰੇ। ਜੇ ਇਤਨੇ ਸੁਖ ਭੋਗਦਿਆਂ ਹੋਇਆਂ ਵੀ ਰੱਬ ਚੇਤੇ ਨਹੀਂ ਆਇਆ ਤੇ ਗੁਰਦੇਵ ਆਖਦੇ ਨੇ ਮਾਫ ਕਰ ਦੇਣਾ, ਬਿਸ਼ਟਾ ਕੇ ਕੀਰੇ। ਗੰਦਗੀ ਦਾ ਫਿਰ ਤੂੰ ਕੀੜਾ ਹੀ ਹੈ। ਕਿ ਸੋ ਪ੍ਰਭ ਚਿਤ ਨਾ ਆਵੇ ਬਿਸ਼ਟਾ ਕੇ ਕੀਰੇ। ਬਿਨ ਹਰ ਨਾਮ ਨਾ ਸ਼ਾਂਤ ਹੋਏ, ਕਿਤ ਬਿਦ ਮਨ ਧੀਰੇ। ਕਿਵੇਂ ਆਪਣੇ ਮਨ ਨੂੰ ਧੀਰੇ ਚ ਦਿਵਾਵਾਂ। ਸੋ ਅੱਜ ਬਾਬਾ ਫਰੀਦ ਸਾਹਿਬ ਆਖਦੇ ਨੇ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ। ਇਹ ਭਲੀ ਰੀਤ ਨਹੀਂ ਹੈ, ਇਹ ਮਰਿਆਦਾ ਨਹੀਂ ਹੈ। ਜਿਸ ਮਾਲਕ ਨੇ ਸੁਖ ਦਿੱਤੇ ਨੇ ਉਸ ਨੂੰ ਯਾਦ ਕਰ। ਤੇ ਕਬੀਰ ਸਾਹਿਬ ਨੇ ਤੇ ਇਥੋਂ ਤੱਕ ਹੈ, ਏਕ ਘੜੀ ਆਧੀ ਘੜੀ। ਇੱਕ ਘੜੀ ਮਾਲਕ ਨੂੰ ਯਾਦ ਕਰ, ਅੱਧੀ ਘੜੀ ਯਾਦ ਕਰ ਲੈ। ਆਦਿ ਹੂੰ ਤੇ ਆਦ, ਅੱਧੀ ਤੋਂ ਵੀ ਅੱਧੀ, ਚੌਥਾ ਹਿੱਸਾ। ਕਿਉਂਕਿ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਭਗਤ ਪਿਆਰਿਆਂ ਦੀ, ਗੁਰਮੁਖਾਂ ਦੀ, ਸਤਸੰਗੀਆਂ ਦੀ ਸੰਗਤ ਕਰੇਗਾ, ਉਹ ਤੇਰੀ ਆਤਮਾ ਲਈ ਪ੍ਰਭੂ ਦਾ ਨਾਮ ਰੂਪੀ ਸਰਮਾਇਆ ਹੀ ਪ੍ਰਾਪਤ ਹੋਏਗਾ। ਤੇਰੇ ਜੀਵਨ ਵਿੱਚ ਰੂਹਾਨੀਅਤ ਹੀ ਪ੍ਰਾਪਤ ਹੋਏਗੀ। ਤੈਨੂੰ ਸਤਿਗੁਰ ਕਿਰਪਾ ਕਰਨ, ਪਾਵਨ ਬਚਨ ਹਿਰਦੇ 'ਚ ਵਸ ਜਾਣ। ਬੋਲਦਿਆਂ ਹੋਇਆਂ ਬੇਅੰਤ ਭੁੱਲਾਂ ਗੁਰੂ ਸਮਰੱਥ ਹੈ, ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਦੇਣਾ
ਆਖੋ ਪਿਆਰ ਨਾਲ।